असलामुअलैकुम बेलियो दे सज्जनों, अल्लाह ताला दे फजलो करम ते शुक्र दे नाल अज दा व्लॉग करदे हैं शुरू। अज मैं सोचा कोई हलवा शलवा बनाया जाए ते बना के कोई बच्चों तकसीम किया जाए। गर्मी बहुत ज़्यादा हो गई है, की पता कोई खैरात वगैरह करना है, अल्लाह ताला करम करे, रहमत दी बारिश दवे। ते मल्ली साहब नूं मैं क्या तुसीं इट्टां लैके आओ, आपां अज देसी तर्ज तरीके दे नाल हलवा तैयार करदे हां। ते मल्ली साहब इट्टां लैके आए ने ताकि असीं इहदा चुल्हा तैयार करिए। उस तो बाद असीं बिस्मिल्ला पढ़ के देसी चुल्हा अपना तैयार कर लिया। 4 इंची दी दीवार दे नाल मैं चुल्हा तैयार कीता, लेकिन मैनूं खदशा इह सीगा कि असीं 5 किलो सूजी दा हलवा बनाउणा है ते ओहदा टोटल वेट तकरीबन 12-13 किलो हो जाना, ते इह ना होवे कि इह काम खराब होवे। इस वजह तो बैक साइड ते भी असीं ਇੱਟਾਂ ਲਾ ਲਈਆਂ। ਅੱਲਾ ਦਾ ਨਾਮ ਲਾ ਕੇ ਅਸੀਂ ਲੱਕੜੀਆਂ ਨੂੰ ਅੱਗ ਲਾਈ। ਇੱਦਾਂ ਅੱਗ ਲਾਈ ਜਿੱਦਾਂ ਸ਼ਰੀਕਾਂ ਨੂੰ ਅੱਗ ਲਾਈ ਦੀ ਹੁੰਦੀ ਹੈ। ਅੱਗ ਲਾਈ ਨਾਲ ਹੀ ਮਾਸ਼ਾਅੱਲਾ ਲੱਕੜੀਆਂ ਸੁੱਕੀਆਂ ਸੀ, ਅੱਗ ਬਲਣੀ ਸ਼ੁਰੂ ਹੋ ਗਈ। ਜਦੋਂ ਅੱਗ ਥੋੜ੍ਹੀ ਜਿਹੀ ਤੇਜ਼ ਹੋਈ ਹੈ ਤਾਂ ਉੱਧਰੋਂ ਮੇਰਾ ਮੁਜ਼ਾਹਿਰਾ ਵੀ ਆਇਆ ਹੋਇਆ ਸੀ। ਮੈਂ ਮੱਲੀ ਨੂੰ ਤੇ ਮੁਜ਼ਾਹਿਰੇ ਨੂੰ ਕਿਹਾ ਕਿ ਇਹ ਪਤੀਲੇ ਨੂੰ ਚੁੱਕ ਕੇ ਉੱਤੇ ਰੱਖੋ ਤਾਂ ਕਿ ਇਹ ਗਰਮ ਹੋਣਾ ਸ਼ੁਰੂ ਹੋ ਜਾਏ। ਜਦੋਂ ਮੈਂ ਦੇਖਿਆ ਕਿ ਹੁਣ ਮਾਸ਼ਾਅੱਲਾ ਅੱਗ ਸ਼ੱਗ ਫਿੱਟ ਹੋ ਗਈ ਹੈ ਤੇ ਪਤੀਲਾ ਗਰਮ ਹੋਣਾ ਸ਼ੁਰੂ ਹੋ ਗਿਆ, ਤੇ ਬਾਕੀ ਲਵਾਜ਼ਮਾਤ ਵਗੈਰਾ ਵੀ ਲਿਆ ਕੇ ਰੱਖ ਲਏ। ਗਰੀਸ ਹੋ ਗਈ, ਉਸ ਤੋਂ ਬਾਅਦ ਚੀਨੀ, ਉਸ ਤੋਂ ਬਾਅਦ ਘਿਓ ਸ਼ਿਓ, ਤੇ ਮੈਂ ਘਿਓ ਨੂੰ ਆਰਾਮ ਨਾਲ ਪਾਇਆ ਵਿੱਚ ਤਾਂ ਕਿ ਇਹ ਗਰਮ ਹੋਣਾ ਸ਼ੁਰੂ ਹੋ ਜਾਵੇ। ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਸੂਜੀ ਸਿੱਟੀਏ। ਉਸ ਤੋਂ ਬਾਅਦ ਮੈਂ ਇਹਨੂੰ ਇੱਦਾਂ ਨਿਚੋੜਿਆ ਜਿਸ ਤਰੀਕੇ ਨਾਲ ਅੱਜ ਕੱਲ੍ਹ ਵੱਡੇ ਲੋਕ ਗਰੀਬ ਲੋਕਾਂ ਨੂੰ ਨਿਚੋੜ ਰਹੇ ਨੇ। ਹਕੂਮਤ ਜਿੱਦਾਂ ਅੱਜ ਕੱਲ੍ਹ ਤੁਹਾਨੂੰ ਮੈਨੂੰ ਨਿਚੋੜ ਰਹੀ ਹੈ, ਇਸੇ ਤਰ੍ਹਾਂ ਹੀ ਮੈਂ ਘਿਓ ਦੇ ਪੈਕਟ ਨੂੰ ਚੰਗੀ ਤਰ੍ਹਾਂ ਨਿਚੋੜਿਆ ਤਾਂ ਕਿ ਇੱਕ ਕਤਰਾ ਵੀ ਇਹਦੇ ਵਿੱਚ ਨਾ ਰਹਿ ਜਾਏ। ਤੁਹਾਨੂੰ ਪਤਾ ਅੱਜ ਕੱਲ੍ਹ ਮਹਿੰਗਾਈ ਦੇ ਜ਼ਮਾਨੇ ਵਿੱਚ ਹਰ ਚੀਜ਼ ਬੜੀ ਮਹਿੰਗੀ ਹੋਈ ਪਈ ਹੈ, ਤੇ ਮੈਂ ਉਹਨੂੰ ਅੱਛੇ ਤਰੀਕੇ ਨਾਲ ਨਿਚੋੜ ਕੇ ਸਾਰੇ ਦਾ ਸਾਰਾ ਘਿਓ ਬਾਹਰ ਕੱਢ ਲਿਆ। ਜਿੱਦਾਂ ਹਕੂਮਤ ਸਾਨੂੰ ਨਿਚੋੜ ਰਹੀ ਹੈ, ਇਸੇ ਤਰ੍ਹਾਂ ਹੀ ਮੈਂ ਘਿਓ ਦੇ ਪੈਕਟ ਨੂੰ ਨਿਚੋੜਿਆ। ਨਿਚੋੜ ਕੇ ਫਿਰ ਮੈਂ ਸਾਈਡ 'ਤੇ ਰੱਖਿਆ ਤਾਂ ਕਿ ਘਿਓ ਆਹਿਸਤਾ ਆਹਿਸਤਾ ਗਰਮ ਹੋਣਾ ਸ਼ੁਰੂ ਹੋ ਜਾਵੇ। ਘਿਓ ਦੋਸਤੋ ਗਰਮ ਹੋਣਾ ਸ਼ੁਰੂ ਹੋ ਗਿਆ, ਤੇ ਉਸ ਤੋਂ ਬਾਅਦ ਮੈਂ ਦੁਬਾਰਾ ਥੋੜ੍ਹਾ ਹੋਰ ਘਿਓ ਪਾਇਆ ਕਿਉਂਕਿ ਘਿਓ ਥੋੜ੍ਹਾ ਸੀਗਾ। ਉਸ ਤੋਂ ਬਾਅਦ ਹੋਰ ਘਿਓ ਵਿੱਚ ਪਾਇਆ ਤਾਂ ਕਿ ਇਕੱਠਾ ਹੀ ਇਹ ਗਰਮ ਹੋ ਜਾਏ। ਅੱਲਾਹ ਤਾਲਾ ਦਾ ਨਾਂ ਲੈ ਕੇ ਮੈਂ ਵਿੱਚ ਸੂਜੀ ਸਿੱਟੀ ਹੈ। ਘਿਓ ਸਾਡਾ ਗਰਮ ਹੋ ਗਿਆ। ਜਿੱਦਾਂ ਹੀ ਮੈਂ ਸੂਜੀ ਸਿੱਟੀ ਹੈ ਤੇ ਸੂਜੀ ਇਸ ਤਰ੍ਹਾਂ ਉਬਲਣ ਲੱਗੀ ਹੈ ਜਿੱਦਾਂ ਤੁਹਾਡੇ ਸ਼ਰੀਕ ਤੁਹਾਡੀ ਕਾਮਯਾਬੀ ਵੇਖ ਕੇ ਉਬਲਦੇ ਨੇ, ਇਸੇ ਤਰ੍ਹਾਂ ਹਲਵਾ ਵੀ ਉਬਲਣਾ ਸ਼ੁਰੂ ਹੋ ਗਈ ਸੂਜੀ। ਬਿਸਮਿਲ੍ਲਾ ਕਰਦੇ ਹੋਏ ਮੈਂ ਇਹਨੂੰ ਆਹਿਸਤਾ ਆਹਿਸਤਾ ਹਿਲਾਉਣਾ ਸ਼ੁਰੂ ਕੀਤਾ ਤਾਂ ਕਿ ਹੁਣ ਇਹਨੂੰ ਭੁੰਨਿਆ ਜਾਏ ਤੇ ਇਹਦਾ ਹਲਵਾ ਤਿਆਰ ਕੀਤਾ ਜਾਏ। ਇਹਨੂੰ ਮੈਂ ਅੱਛੇ ਤਰ੍ਹਾਂ ਸਲੋ ਹਿਲਾਉਂਦਾ ਰਹਿ ਗਿਆ। ਇਹ ਕਾਫੀ ਮੁਸ਼ਕਲ ਪ੍ਰੋਗਰਾਮ ਹੁੰਦਾ ਇਸ ਟਾਈਮ ਕਿ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਸੂਜੀ ਭੁੰਨਣੀ ਹੁੰਦੀ ਹੈ ਤੇ ਇਹ ਘਿਓ ਦੇ ਵਿੱਚ ਮਿਕਸ ਜਦੋਂ ਹੁੰਦੀ ਹੈ ਤੇ ਇਹਦਾ ਵੇਟ ਥੋੜ੍ਹਾ ਜਿਹਾ ਵੱਧਦਾ, ਫਿਰ ਇਹ ਹਿਲਦੀ ਔਖੀ ਹੈ। ਲੇਕਿਨ ਇਸ ਟਾਈਮ ਤੁਸੀਂ ਅੱਛੇ ਤਰੀਕੇ ਨਾਲ ਇਹਨੂੰ ਹਿਲਾਉਣਾ ਹੁੰਦਾ। ਅਗਰ ਤੁਸੀਂ ਹਿਲਾਓਗੇ ਨਹੀਂ ਤੇ ਇਹ ਥੱਲੇ ਲੱਗ ਜਾਏਗੀ। ਮੈਨੂੰ ਇਸ ਚੀਜ਼ ਦਾ ਕੋਈ ਖਾਸ ਐਕਸਪੀਰੀਅੰਸ ਨਹੀਂ ਸੀ ਕਿ ਅਸੀਂ ਲੱਕੜੀਆਂ ਤੇ ਹਲਵੇ ਨੂੰ ਕਿੱਦਾਂ ਪਕਾਈਦਾ। ਹਾਲਾਂਕਿ ਮੈਂ ਗੈਸ ਦੇ ਉੱਤੇ ਹਲਵਾ ਪਕਾਉਂਦਾ ਰਹਿੰਦਾ। ਇਹ ਹਲਵਾ ਥੋੜ੍ਹਾ ਜ਼ਿਆਦਾ ਸੀ, ਇਸ ਵਜ੍ਹਾ ਤੋਂ ਮੇਰੀ ਕਾਫੀ ਸਟਰਗਲ ਹੋ ਰਹੀ ਸੀ। ਮੈਨੂੰ ਬੜੀ ਗਰਮੀ ਵੀ ਲੱਗ ਰਹੀ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ, ਤੇ ਨਾਲ ਨਾਲ ਇਹਨੂੰ ਹਿਲਾਉਣ ਵਾਸਤੇ ਵੀ ਥੋੜ੍ਹਾ ਜਿਹਾ ਮੁਸ਼ਕਲ ਪੇਸ਼ ਆ ਰਹੀ ਸੀ ਮੈਨੂੰ ਕਿਉਂਕਿ ਹਲਵਾ ਜ਼ਿਆਦਾ ਸੀਗਾ। ਉਸ ਤੋਂ ਬਾਅਦ ਇੱਕ ਹੋਰ ਚੀਜ਼ ਦੀ ਪਰੇਸ਼ਾਨੀ ਇੱਥੇ ਇਹ ਸੀ ਕਿ ਕਿਤੇ ਜਿਹੜਾ ਸਾਡਾ ਹਿਲਾਉਂਦੇ ਹੋਏ ਉਤਲਾ ਪਤੀਲਾ ਹੈਗਾ ਇਹ ਥੱਲੇ ਨਾ ਡਿੱਗ ਜਾਏ। ਮੈਨੂੰ ਮਹਿਸੂਸ ਹੋਇਆ ਕਿ ਘਿਓ ਥੋੜ੍ਹਾ ਘੱਟ ਹੈ, ਥੋੜ੍ਹਾ ਜਿਹਾ ਘਿਓ ਹੋਰ ਪਾਉਣਾ ਚਾਹੀਦਾ, ਤੇ ਮੈਂ ਚੁੱਕ ਕੇ ਤੀਸਰਾ ਪੈਕਟ ਵੀ ਘਿਓ ਦਾ ਵਿੱਚ ਪਾ ਦਿੱਤਾ ਤਾਂ ਕਿ ਸਾਡਾ ਘਿਓ ਬਿਲਕੁਲ ਪੂਰਾ ਹੋ ਜਾਏ। ਇਹ ਨਾ ਹੋਵੇ ਕਿ ਬਾਅਦ 'ਚੋਂ ਘਿਓ ਥੋੜ੍ਹਾ ਹੋਵੇ। ਘਿਓ ਸ਼ਿਓ ਪਾਉਣ ਤੋਂ ਬਾਅਦ ਮੈਂ ਦੁਬਾਰਾ ਇਹਨੂੰ ਅੱਛੇ ਤਰੀਕੇ ਨਾਲ ਨਿਚੋੜਿਆ। ਜਿੱਦਾਂ ਮੈਂ ਪਹਿਲੇ ਦੱਸਿਆ ਇੱਦਾਂ ਨਿਚੋੜਿਆ ਜਿੱਦਾਂ ਅੱਜ ਕੱਲ੍ਹ ਅਮੀਰ ਗਰੀਬਾਂ ਨੂੰ ਨਿਚੋੜ ਰਹੇ ਨੇ। ਇਹਨੂੰ ਅੱਛੀ ਤਰ੍ਹਾਂ ਨਿਚੋੜ ਕੇ ਦੁਬਾਰਾ ਘਿਓ ਨੂੰ ਅੱਛੇ ਤਰੀਕੇ ਨਾਲ ਮੈਂ ਵਿੱਚ ਮਿਕਸ ਕਰ ਦਿੱਤਾ ਤਾਂ ਕਿ ਇਹ ਸਾਰਾ ਚੰਗੀ ਤਰ੍ਹਾਂ ਵਿੱਚ ਰਲ ਜਾਵੇ। ਇਹ ਇੱਦਾਂ ਹੀ ਰਲੇ ਜਿੱਦਾਂ ਭੇੜੀਆ, ਕੁਛ ਮੁਨਾਫਿਕ ਭੇੜੀਏ ਜਿਹੜੇ ਅੱਜ ਕੱਲ੍ਹ ਉਹ ਭੇਡਾਂ ਦੇ ਵਿੱਚ ਰਲ ਜਾਂਦੇ ਨੇ, ਅੱਛੇ ਲੋਕਾਂ ਦੇ ਵਿੱਚ ਰਲ ਜਾਂਦੇ ਨੇ, ਬਾਅਦ 'ਚੋਂ ਅੱਛੇ ਲੋਕਾਂ ਨੂੰ ਨੁਕਸਾਨ ਦਿੰਦੇ ਨੇ। ਜਦੋਂ ਮੈਂ ਦੇਖਿਆ ਕਿ ਹੁਣ ਆਹਿਸਤਾ ਆਹਿਸਤਾ ਸੂਜੀ ਵਾਈਟ ਤੋਂ ਰੈੱਡ ਹੋਣੀ ਸ਼ੁਰੂ ਹੋ ਗਈ ਹੈ ਤੇ ਮੈਂ ਅੱਗ ਨੂੰ ਥੋੜ੍ਹਾ ਜਿਹਾ ਮੱਠਾ ਕਰ ਦਿੱਤਾ। ਉਸ ਤੋਂ ਬਾਅਦ ਇਹਨੂੰ ਅੱਛੇ ਤਰੀਕੇ ਨਾਲ ਹਿਲਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਅਗਰ ਇਹਨੂੰ ਮੈਂ ਥੋੜ੍ਹਾ ਜਿਹਾ ਵੀ ਰੋਕਾਂ ਇਹਨੂੰ ਹਿਲਾਉਣ ਤੋਂ ਤਾਂ ਇਹ ਨਾ ਹੋਵੇ ਕਿ ਇਹ ਥੱਲੇ ਲੱਗ ਜਾਵੇ। ਮਾਸ਼ਾਅੱਲਾ ਬੜੇ ਅੱਛੇ ਤਰੀਕੇ ਨਾਲ ਹਲਵਾ ਪਕਣਾ ਸਟਾਰਟ ਹੋ ਗਿਆ ਸੀ। ਉਸ ਤੋਂ ਬਾਅਦ ਮੇਰੇ ਦੋਸਤੋ ਭਾਈਓ ਮੈਂ ਇਹਨੂੰ ਆਹਿਸਤਾ ਆਹਿਸਤਾ ਹਿਲਾਉਂਦਾ ਰਿਹਾ
ਤਾਂ ਕਿ ਇਹ ਥੱਲੇ ਨਾ ਲੱਗ ਜਾਵੇ, ਕਿਉਂਕਿ ਅਗਰ ਥੱਲੇ ਲੱਗ ਗਈ ਤੇ ਇਹਦਾ ਜ਼ਾਇਕਾ ਵੈਸੇ ਹੀ ਕੜਵਾ ਹੋ ਜਾਣਾ, ਫਿਰ ਕੋਈ ਵੀ ਇਹ ਖਾਏਗਾ ਨਹੀਂ ਤੇ ਇਹ ਜ਼ਾਇਆ ਹੋਏਗਾ। ਇਸ ਵਜ੍ਹਾ ਤੋਂ ਹਲਵੇ ਦੇ ਬੁਨਿਆਦੀ ਜਿਹੜਾ ਕੰਮ ਹੈਗਾ ਉਹਨੂੰ ਹਿਲਾਉਣਾ ਹੀ ਸਭ ਤੋਂ ਜ਼ਿਆਦਾ ਮੁਸ਼ਕਲ ਹੁੰਦਾ, ਕਿ ਸੂਜੀ ਨੂੰ ਹਿਲਾਉਂਦੇ ਰਹਿਣਾ ਹੁੰਦਾ। ਜਦੋਂ ਮੈਂ ਥੋੜਾ ਜਿਹਾ ਥੱਕ ਗਿਆ ਤੇ ਮੇਰੀ ਵਾਲਦਾ ਨੇ ਵੀ ਥੋੜੀ ਜਿਹੀ ਮੇਰੀ ਹੈਲਪ ਕਰਾਈ। ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਸੂਜੀ ਥੋੜੀ ਜਿਹੀ ਲਾਲ ਹੋ ਗਈ ਹੈ ਸਹੀ ਤਰ੍ਹਾਂ, ਤੇ ਮੈਂ ਬਿਸਮਿਲ੍ਲਾ ਅੱਲਾ ਦਾ ਨਾਮ ਪੜ੍ਹ ਕੇ ਵਿੱਚ ਪਾਣੀ ਵੀ ਪਾ ਦਿੱਤਾ। ਦੇਖੋ ਮੈਂ ਜਿੱਦਾਂ ਪਾਣੀ ਪਾਇਆ ਤੇ ਇਦਾਂ ਉਬਲਿਆ, ਉਹੀ ਮੇਰੇ ਕਹਿਣ ਦੀ ਗੱਲ ਹੈ, ਜਿੱਦਾਂ ਰਿਸ਼ਤੇਦਾਰ ਤੁਹਾਡੀ ਕਾਮਯਾਬੀ ਦੇਖ ਕੇ ਸ਼ਰੀਕ ਉਬਲਦੇ ਨੇ, ਇਦਾਂ ਹੀ ਇਹ ਉਬਲਿਆ ਚੰਗੀ ਤਰ੍ਹਾਂ। ਇਹ ਉਬਲਣਾ ਸ਼ੁਰੂ ਹੋ ਗਿਆ। ਮੈਂ ਇਹਦੇ ਵਿੱਚ ਪਾਣੀ ਦਾ ਹਿਸਾਬ ਉਹ ਰੱਖਿਆ ਸੀ ਜਿਹੜਾ ਸੂਜੀ ਦਾ ਸੀ, ਸੂਜੀ ਦੇ ਲਿਹਾਜ਼ ਨਾਲ ਮੈਂ ਪਾਣੀ ਦਾ ਹਿਸਾਬ ਰੱਖਿਆ। ਮੈਂ ਇਹਦੇ ਵਿੱਚ ਅੱਛੀ ਤਰੀਕੇ ਨਾਲ ਪਾਣੀ ਨੂੰ ਮਿਕਸ ਕਰ ਦਿੱਤਾ ਤਾਂ ਕਿ ਇਹਦੀ ਹੁਣ ਤਿਆਰੀ ਸ਼ੁਰੂ ਕਰੇ। ਜਿੱਦਾਂ ਪਾਣੀ ਪੂਰਾ ਹੋ ਗਿਆ ਉਸ ਤੋਂ ਬਾਅਦ ਦੋਸਤੋ ਮੈਂ ਇਹਦੇ ਵਿੱਚ ਚੀਨੀ ਵੀ ਮਿਕਸ ਕਰ ਦਿੱਤੀ, ਕਿਉਂਕਿ ਚੀਨੀ ਇਸ ਟਾਈਮ ਮਿਕਸ ਕਰਨੀ ਹੁੰਦੀ ਜਿਸ ਟਾਈਮ ਤੁਸੀਂ ਪਾਣੀ ਪਾਉਂਦੇ ਹੋ, ਤਾਂ ਕਿ ਉਹ ਪਾਣੀ ਦੇ ਵਿੱਚ ਅੱਛੇ ਤਰੀਕੇ ਨਾਲ ਮਿਕਸ ਹੋ ਜਾਵੇ ਤੇ ਉਹਦਾ ਸ਼ੀਰਾ ਤਿਆਰ ਹੋ ਜਾਵੇ। ਇਹ ਨਾ ਹੋਵੇ ਅਗਰ ਪਾਣੀ ਖੁਸ਼ਕ ਹੋ ਗਿਆ ਉਸ ਤੋਂ ਬਾਅਦ ਅਗਰ ਤੁਸੀਂ ਵਿੱਚ ਚੀਨੀ ਪਾਓਗੇ ਤੇ ਉਹ ਸਹੀ ਤਰੀਕੇ ਦੇ ਨਾਲ ਵਿੱਚ ਮਿਕਸ ਨਹੀਂ ਹੋਏਗੀ ਤੇ ਬਾਅਦ ਚੋਂ ਮਾਮਲਾ ਖਰਾਬ ਹੋਏਗਾ। ਹੁਣ ਅਸੀਂ ਇਹਨੂੰ ਅੱਛੇ ਤਰੀਕੇ ਨਾਲ ਆਹਿਸਤਾ ਆਹਿਸਤਾ ਹਲਕੀ ਜਿਹੀ ਆਂਚ ਤੇ ਹਿਲਾਉਂਦੇ ਰਹਿਣਾ ਤਾਂ ਕਿ ਇਹਦਾ ਪਾਣੀ ਖੁਸ਼ਕ ਹੋ ਜਾਏ। ਇਹ ਖੁਸ਼ਕ ਕਰਨ ਤੋਂ ਬਾਅਦ ਜਦੋਂ ਥੋੜਾ ਜਿਹਾ ਪਾਣੀ ਥੋੜਾ ਜਿਹਾ ਖੁਸ਼ਕ ਹੋਣਾ ਸ਼ੁਰੂ ਹੋ ਗਿਆ, ਉਸ ਤੋਂ ਬਾਅਦ ਨਾਲ ਹੀ ਮੈਂ ਗਿਰੀ ਸੋਗੀ ਵਗੈਰਾ ਸਾਰਾ ਕੁਝ ਅੰਦਰ ਸਿੱਟ ਦਿੱਤਾ ਤਾਂ ਕਿ ਉਹ ਵੀ ਅੰਦਰ ਹੀ ਪੱਕ ਜਾਣ, ਅੱਛੇ ਤਰੀਕੇ ਨਾਲ ਮਿਕਸ ਹੋ ਜਾਣ। ਦੋਸਤੋ ਦੇਖੋ ਹੁਣ ਆਹਿਸਤਾ ਆਹਿਸਤਾ ਜਿਹੜਾ ਮੇਰਾ ਹਲਵਾ ਹੈਗਾ ਇਹ ਸਖਤ ਹੋਣਾ ਸ਼ੁਰੂ ਹੋ ਗਿਆ, ਔਰ ਅੱਗ ਮੈਂ ਮੱਠੀ ਮੱਠੀ ਇਹਦੇ ਥੱਲੇ ਜਲਾਈ ਰੱਖੀ। ਥੋੜਾ ਜਿਹਾ ਮੈਨੂੰ ਮਸਲਾ ਪੇਸ਼ ਆਇਆ ਕਿ ਕਦੀ ਅੱਗ ਜ਼ਿਆਦਾ ਹੋ ਜਾਂਦੀ ਸੀ, ਕਦੀ ਥੋੜੀ ਹੋ ਜਾਂਦੀ ਸੀਗੀ। ਉਸ ਤੋਂ ਬਾਅਦ ਹੀ ਨਾਲ ਹੀ ਮੇਰਾ ਮੁਜ਼ੇਰਾ ਆ ਗਿਆ। ਮੈਂ ਉਹਨੂੰ ਕਿਹਾ ਕਿ ਹੁਣ ਥੋੜੀ ਜਿਹੀ ਹੈਲਪ ਤੂੰ ਕਰਾ, ਕਿਉਂਕਿ ਮੈਂ ਥੱਕ ਗਿਆ। ਉਨੀ ਦੇਰ ਵਿੱਚ ਮੈਂ ਨਹਾ ਕੇ ਆਇਆ ਤੇ ਮਾਸ਼ਾਅੱਲਾ ਵੇਖਿਆ ਹਲਵਾ ਬਹੁਤ ਹੀ ਅੱਛਾ ਤਿਆਰ ਹੋਇਆ ਸੀ। ਮੈਂ ਫਿਰ ਹੁਣ ਮੁੰਡਿਆਂ ਨੂੰ ਕਿਹਾ, ਮੈਂ ਕਿਹਾ ਜਲਦੀ ਜਲਦੀ ਬੱਚਿਆਂ ਨੂੰ ਸੱਦੋ ਤਾਂ ਕਿ ਉਹਨਾਂ ਨੂੰ ਦਈਏ, ਗਰਮੀ ਬਹੁਤ ਜ਼ਿਆਦਾ, ਆਪਾਂ ਇਹ ਦੇ ਕੇ ਫ੍ਰੀ ਹੋਈਏ ਤੇ ਤਾਂ ਕਿ ਬੱਚੇ ਵੀ ਖਾਣ ਤੇ ਆਪਾਂ ਵੀ ਵਿਹਲੇ ਹੋ ਜਾਈਏ। ਵਿਹਲੇ ਹੋ ਕੇ ਆਪਾਂ ਬਾਕੀ ਆਪਣੇ ਕੰਮ ਸ਼ਮ ਦੇਖੀਏ, ਕਿਉਂਕਿ ਸਾਡੇ ਫਾਰਮ ਤੇ ਮਾਸ਼ਾਅੱਲਾ ਕਾਫੀ ਸਾਰਾ ਕੰਮ ਹੁੰਦਾ, ਬਰਡ ਸ਼ਰਟ ਦੇ ਹਵਾਲੇ ਨਾਲ, ਬਾਕੀ ਪੌਦਿਆਂ ਸ਼ੌਦਿਆਂ ਦੇ ਹਵਾਲੇ ਨਾਲ ਕਾਫੀ ਕੰਮ ਸਾਨੂੰ ਕਰਨਾ ਹੁੰਦਾ। ਸਭ ਤੋਂ ਪਹਿਲੇ ਗੰਜਾ ਆ, ਇਹ ਗੰਜਾ ਪਲੀਤ ਹੈ ਪੂਰਾ, ਇਹ ਪੂਰੇ ਮਹੱਲੇ ਦਾ ਸ਼ਰਾਰਤੀ ਤਰੀਨ ਬੰਦਾ। ਇਹ ਹੁਣ ਦੂਰ ਮੇਰੇ ਤੋਂ ਤਾਂ ਖੜਾ, ਕੱਲ ਇਹਨੇ ਮੇਰੀਆਂ ਭੇਡਾਂ ਨੂੰ ਵੱਟਾ ਮਾਰਿਆ ਸੀ ਤੇ ਮੈਂ ਇਹਨੂੰ ਕਿਹਾ ਜਦੋਂ ਤੂੰ ਮੇਰੇ ਹੱਥ ਚੜਿਆ ਤੇ ਮੈਂ ਤੇਰੀ ਤਬੀਅਤ ਸਾਫ਼ ਕਰਾਂਗਾ, ਇਸ ਵਜ੍ਹਾ ਤੋਂ ਇਹ ਮੇਰੇ ਦੂਰ ਖੜਾ ਹੋ ਗਿਆ। ਇੰਨੀ ਦੇਰ ਚ ਇੱਕ ਦੋਸਤ ਦਾ ਮੈਨੂੰ ਫੋਨ ਆ ਗਿਆ ਤੇ ਗੰਜੇ ਨੂੰ ਮੈਂ ਕਿਹਾ, ਗੰਜੇ ਤੈਨੂੰ ਤੇ ਮੈਂ ਬਾਅਦ ਚੋਂ ਪੁੱਛਾਂਗਾ ਨਾ, ਕੱਲ ਵਾਲਾ ਮਾਮਲਾ, ਅੱਜ ਤੂੰ ਮੇਰੇ ਘਰ ਆਇਆ, ਤੂੰ ਲੰਗਰ ਲੈਣ ਆਇਆ, ਇਸ ਵਜ੍ਹਾ ਤੋਂ ਅੱਜ ਮੈਂ ਤੈਨੂੰ ਕੁਛ ਨਹੀਂ ਕਰਦਾ। ਇਹ ਗੰਜਾ ਸਾਹਿਬ ਦੰਦ ਕੱਢਦਾ ਹੋਇਆ ਵਿਖਾਉਂਦਾ ਹੋਇਆ ਹਲਵਾ ਹੁਣ ਜਾ ਰਿਹਾ। ਦੋਸਤੋ ਸਾਰੇ ਬੱਚਿਆਂ ਨੂੰ ਮੈਂ ਹਲਵਾ ਤਕਸੀਮ ਕੀਤਾ, ਬੜੀ ਖੁਸ਼ੀ ਹੋਈ। ਦੋਸਤੋ ਇਸ ਦੇ ਨਾਲ ਅੱਜ ਦਾ ਵਲੌਗ ਖਤਮ ਕਰਦੇ ਹਾਂ। ਅੱਲਾਹ ਹਾਫਿਜ਼, ਅੱਲਾ ਨੇ